ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਿੱਚ ਅਸੀਂ ਪ੍ਰਭੂ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਤੂੰ ਸੱਚਮੁੱਚ ਸਵਰਗਦੂਤਾਂ ਦੇ ਉੱਚਾ ਅਤੇ ਸਵਰਗਾਂ ਦੇ ਪਰਵਤਾਂ ਦੇ ਉੱਤੇ ਵਿਰਾਜਮਾਨ ਪ੍ਰੇਮੀ ਪਰਮੇਸ਼ਰ ਹੈ। 24 ਪ੍ਰਚਾਰਨ ਪ੍ਰਾਣੀ ਤੇਰੇ ਅੱਗੇ ਝੁੱਕ ਕੇ ਦੰਡਵਤ ਪ੍ਰਣਾਮ ਕਰਦੇ ਆ ਅਤੇ ਪਰਮੇਸ਼ਰ ਪਿਤਾ, ਸਾਰੀ ਧਰਤੀ ਦੇ ਲੋਕ ਤੈਨੂੰ ਸਜਦਾ ਕਰਦੇ ਆ। ਧਰਤੀ ਝੂਮ ਝੂਮ ਕੇ ਗਾਉਂਦੀ ਆ ਕਿ ਪਰਮੇਸ਼ਰ ਮਹਾਨ ਅਤੇ ਸਾਰੇ ਦੇਵਤਿਆਂ ਤੋਂ ਉੱਚਾ ਪਰਮੇਸ਼ਰ ਹੈ। ਅਸੀਂ ਉਸ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਅਤੇ ਪ੍ਰਸ਼ੰਸਾ ਕਰਦੇ ਹਾਂ ਅਤੇ ਉਸ ਦੀ ਉਪਾਸਨਾ ਕਰਦੇ ਹਾਂ। ਪਰਮੇਸ਼ਰ, ਅੱਜ ਦੇ ਵਚਨ ਦੇ ਭੇਤ ਨੂੰ ਸਾਡੇ ਵਿੱਚ ਪ੍ਰਗਟ ਕਰ, ਜਿਸ ਦੇ ਨਾਲ ਸਾਡੀ ਆਤਮਾ ਤੇਰੇ ਵਿੱਚ ਤ੍ਰਿਪਤ ਹੋ ਕੇ ਅੱਜ ਦੇ ਦਿਨ ਦੇ ਵਿੱਚ ਤੇਰੀ ਮਹਿਮਾ ਕਰਦੀ ਹੋਈ ਤੇਰੇ ਕੋਲੋਂ ਆਸ਼ੀਸ਼ ਪ੍ਰਾਪਤ ਕਰ ਸਕੇ ਔਰ ਤੇਰਾ ਨਾਮ ਉੱਚਾ ਹੋ ਸਕੇ। ਇਹ ਵਚਨ ਦੀ ਪ੍ਰਾਰਥਨਾ ਆਪ ਹੀ ਦੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਮਨਨ ਕਰਨ ਤੋਂ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਹੈ ਪਹਿਲਾ ਸ਼ਮੂਏਲ 12 ਅਧਿਆਏ ਉਹਦੀ 20 ਆਇਤ। ਇੱਥੇ ਲਿਖਿਆ ਹੈ, ਸ਼ਮੂਏਲ ਨੇ ਲੋਕਾਂ ਨੂੰ ਕਿਹਾ, ਡਰੋ ਨਾ, ਤੁਸਾਂ ਇਹ ਸਭ ਬੁਰਾਈ ਤਾਂ ਕੀਤੀ ਹੈ, ਪਰ ਪਰਮੇਸ਼ਰ ਦੇ ਪਿੱਛੇ ਚੱਲਣ ਤੋਂ ਨਾ ਮੁੜਨਾ, ਪਰ ਆਪਣੇ ਸੰਪੂਰਨ ਮਨ ਨਾਲ ਉਸ ਦੀ ਬੰਦਗੀ, ਉਸਤਤ, ਵਡਿਆਈ ਕਰਨਾ। ਸ਼ਮੂਏਲ ਇਸਰਾਏਲੀਆਂ ਨੂੰ ਜੋ ਉਹਨਾਂ ਨੇ ਗਲਤੀ ਕੀਤੀ, ਜੋ ਉਸ ਗਲਤੀ ਦਾ ਪਛਤਾਤਾਪ ਕਰ ਰਹੇ ਸੀ ਅਤੇ ਉਹਨਾਂ ਨੇ ਆਪਣੇ ਡਰ ਦੇ ਵਿੱਚ ਇਹ ਗੱਲ ਆਖੀ। ਮੈਂ ਉਸ ਆਇਤ ਨੂੰ ਆਪ ਦੇ ਅੱਗੇ ਪੜ੍ਹਦਾ ਹਾਂ। 19 ਆਇਤ 'ਚ, ਤਦ ਸਭ ਲੋਕਾਂ ਨੇ ਸ਼ਮੂਏਲ ਨੂੰ ਕਿਹਾ, ਆਪਣੇ ਦਾਸਾਂ ਦੇ ਨਿਮਿਤ ਆਪਣੇ ਪਰਮੇਸ਼ਰ ਨਾਲ ਪ੍ਰਾਰਥਨਾ ਕਰ ਕਿ ਸਾਡੇ ਉੱਤੇ ਨਾ ਜਾਵੇ, ਕਿਉਂਕਿ ਅਸਾਂ ਆਪਣੇ ਸਾਰੇ ਪਾਪਾਂ ਤੋਂ ਵੱਧ ਕੇ ਬੁਰਾਈ ਕੀਤੀ ਹੈ ਕਿ ਰਾਜਾ ਮੰਗਿਆ। ਪੂਰੇ ਇਸਰਾਏਲ ਨੂੰ ਇਸ ਗੱਲ ਦਾ ਬੋਧ ਹੋ ਚੁੱਕਾ ਸੀ ਕਿ ਅਸੀਂ ਪਰਮੇਸ਼ਵਰ ਨੂੰ ਕ੍ਰੋਧ ਦਿਲਾਇਆ ਹੈ। ਕਿਸ ਗੱਲ ਦਾ? ਉਹਨਾਂ ਨੇ ਰਾਜੇ ਦੀ ਮੰਗ ਕੀਤੀ ਹੈ। ਮੇਰਾ ਅੱਜ ਦਾ ਵਿਸ਼ਾ ਹੈ ਸੰਪੂਰਨ ਮਨ ਨਾਲ ਪਰਮੇਸ਼ਵਰ ਦੀ ਭਗਤੀ ਕਰਨੀ। ਔਰ ਇਸ ਵਿੱਚ ਜਦੋਂ ਇਸਰਾਏਲੀਆਂ ਨੂੰ ਇਹ ਗੱਲ ਆਪਣੇ ਮਨ ਦੇ ਵਿੱਚ ਸਮਝ ਆਈ ਕਿ ਅਸੀਂ ਪਰਮੇਸ਼ਰ ਨੂੰ ਛੱਡ ਰਾਜੇ ਦੀ ਮੰਗ ਕੀਤੀ ਹੈ, ਸੰਸਾਰਿਕ ਰਾਜੇ ਦੀ, ਤਦ ਉਹਨਾਂ ਨੇ ਸ਼ਮੂਏਲ ਦੇ ਅੱਗੇ ਗੱਲ ਕਿਹਾ, ਇਹ ਅਸੀਂ ਬੁਰਾਈ ਕੀਤੀ ਹੈ, ਮਹਾਪਾਪਾਂ ਤੋਂ ਵੱਧ ਕੇ ਬੁਰਾਈ ਕੀਤੀ ਹੈ। ਤਦ ਸ਼ਮੂਏਲ ਇਸਰਾਏਲੀ ਲੋਕਾਂ ਨੂੰ ਇੱਕ ਸ਼ਵਾਸਨ ਦੇ ਰਿਹਾ ਹੈ ਅਤੇ ਉਹਨਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਇਹ ਸਭ ਬੁਰਾਈ ਤਾਂ ਕੀਤੀ, ਪਰ ਪਰਮੇਸ਼ਰ ਯਹੋਵਾ ਦੇ ਪਿੱਛੇ ਚੱਲਣ ਤੋਂ ਨਾ ਮੁੜਨਾ, ਬਲਕਿ ਸੰਪੂਰਨ ਮਨ ਦੇ ਨਾਲ ਉਹਦੀ ਭਗਤੀ ਕਰਨਾ। ਕਈ ਵਾਰ ਸਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਵਿਰੁੱਧ ਅਸੀਂ ਗਲਤ ਕੰਮ ਕੀਤਾ ਹੈ, ਅਸੀਂ ਗਲਤੀਆਂ ਕੀਤੀਆਂ ਹੈ ਅਤੇ ਉਸ ਦੀ ਸਜ਼ਾ ਸਾਡੇ ਉੱਤੇ ਹੈ। ਪਰ ਪਰਮੇਸ਼ਰ ਮਹਾ ਕਿਰਪਾਲੂ ਅਤੇ ਦਿਆਲੂ ਹੈ, ਗੁੱਸੇ ਵਿੱਚ ਧੀਰਜੀ ਹੈ। ਉਹ ਆਪਣੇ ਬੱਚਿਆਂ ਨੂੰ ਦੰਡ ਨਹੀਂ ਦਿੰਦਾ ਜਦੋਂ ਪਛਤਾਤਾਪ ਕਰਦੇ ਆ। ਉਹਨਾਂ ਨੂੰ ਮੁੜ ਉਹਨਾਂ ਨੂੰ
उस सज़ा तो मुक्त कर मन फिराण का मौका दिंदा है, ताकि वो फिर उस तरह प्रभु की भगती कर सकन। मैं आपनों ये दसना चाहता हाँ कि कई बार असी इस तरह करते हैं। बाणी दे विच एक शब्द लिखिया है, प्रभु ने कहा है कि मनुख अपनी जम्मण वाली मां नूं भुल सकता है। परमेश्वर इत्थे कहंदा मैं तुहानूं ना भुलांगा। जम्मण वाली मां, ये बहुत वड्डा शब्द है, ये कोई आम शब्द नहीं है जो परमेश्वर इस्तेमाल करता है मेरे अते आप दे लई संपूर्ण भगती दे विच। ओ मनुख जिहड़ा शुरू तो लैके आप दे नाल नाल चलदा रहा, आप नूं चलना सिखाया, उठना सिखाया, बैठना सिखाया अते आप नूं रण दे मैदानां दे विच, भौजलां दे विच नाल नाल लैके चलिया, असी उस नूं भुल जाइए, उस नूं विसार दईए तां उसदा क्रोध जायज़ हुंदा है। क्रोध जायज़ हुंदा है। इसराइलियां ने कई बार परमेश्वर दे दिल नूं दुखाया है। जिहड़ी भगती परमेश्वर नूं देनी चाहिदी आ वो नहीं दित्ती। उन्होंने संसार नूं देख के संसार दी भगती की, संसार दे नाल चलना शुरू कर दिता। किसी ने मेरे नाल गल की, ब्रदर तुसी किस असैंबली तो हो? मैं जदों बाइबल कॉलेज दे विच सी तां मैं कॉलेज दे नाल असैंबली अटेंड करदा सी, तां कॉलेज दे विच सी। जदों उन्होंने मैनू पुछया तां मैं उन्होंने अपने नंगल असैंबली दे बारे दस्सिया। मैं उस कलीसिया दे विचों जम्मिया हाँ। उस कलीसिया ने मेरी वचन दे नाल पिरतपाल कीती है ते अज मैं उसे तो रिकमेंड होके इस जगह दे उत्ते प्रभु की सेवा कर रहा हाँ। इहदा मतलब असी अपनी जम्मण वाली मां नूं कदे भुल नहीं सकते, जिथों असी सिक्ख्या लैके निकले हैं। इत्थे इस्राएल भुल गया, जिथे जिथे निकलिया उत्थे दे ऐशो आराम नूं देख के परमेश्वर दी भगती नूं भुल गया। और जदों भुल गया तद परमेश्वर ने उन्हां नूं सज़ा भी दित्ती अते उस सज़ा दे विच गए भी। पहला 450 साल 430 साल गुलामी दे विच गए। जदों मिस्र दे विच चले गए, मिस्र दियां मच्छियां देखियां, मिस्र दियां पक्कियां रोटियां देखियां, तरह तरह दे ललचीले खाने देखे, वो अपने जिउंदे परमेश्वर नूं भुल गए जिसने उन्हां नूं चलाया, जिसने उन्हां नूं अपनी चुनी हुई कौम बनाया, उस नूं वो भुल गए। परमेश्वर दा क्रोध उन्हां ते जाग गया। 430 साल वो चुप रहा। 430 साल बाद परमेश्वर ने उन्हां दी आवाज़ सुनी अते उन्हां नूं गुलामी तो छुटकारा दिता अते मुड़ उस कनान देश विच आए। हुण जदों कनान दे विच आए आ तां इत्थे राजे दी मंग कर बैठे। ओ परमेश्वर जिहड़ा उन्हां दा राजा सी, जिहड़ा उन्हां नूं शांति दिंदा सी, जिहड़ा उन्हां दे लई हर एक चीज़ मुहैया करदा सी, जिहड़ा उन्हां नूं पीण नूं पानी, पहनण नूं कपड़ा
ਅਤੇ ਚੱਲਣ ਦੇ ਲਈ ਉਹਨਾਂ ਦੇ ਲਈ ਬੂਟ ਅਤੇ ਖਾਣੇ ਦੇ ਲਈ ਤਰ੍ਹਾਂ ਦੇ ਭੋਜਨ ਉਹਨਾਂ ਨੂੰ ਦਿੰਦਾ ਸੀ। ਉਹ ਉਸ ਪਰਮੇਸ਼ਰ ਅਤੇ ਉਸ ਰਾਜੇ ਨੂੰ ਭੁੱਲ ਗਏ। ਉਹਨਾਂ ਨੇ ਦੁਨੀਆ ਦੇ ਰਾਜੇ ਦੀ ਮੰਗ ਕੀਤੀ। ਇਸ ਗੱਲ ਨੂੰ ਸਮਝ ਗਏ ਕਿ ਅਸੀਂ ਪਰਮੇਸ਼ਰ ਦੀ ਭਗਤੀ ਨਾ ਕਰਦੇ ਹੋਏ ਸੰਸਾਰ ਦੀ ਭਗਤੀ ਦੇ ਪ੍ਰਤੀ ਅਸੀਂ ਆਪਣਾ ਚਿੱਤ ਲਾਇਆ ਹੈ। ਜੇ ਅਸੀਂ ਪਰਮੇਸ਼ਰ ਦੀ ਭਗਤੀ ਦੀ ਗੱਲ ਕਰੀਏ ਤਾਂ ਮੇਰੇ ਨਾਲ ਤੁਸੀਂ ਵੇਖ ਸਕਦੇ ਹੋ, ਕੂਚ ਦੀ ਪੁਸਤਕ 20 ਅਧਿਆਏ ਅਸੀਂ ਉਹਦੀ 1 ਅਤੇ 2 ਆਇਤਾਂ ਦੇ ਉੱਤੇ ਜਦੋਂ ਗੌਰ ਕਰਦੇ ਹਾਂ ਤਾਂ ਪਰਮੇਸ਼ਰ ਉਸ ਜਗ੍ਹਾ ਦੇ ਉੱਤੇ ਸਾਨੂੰ ਹਦਾਇਤਾਂ ਦਿੰਦਾ ਹੈ। ਕਹਿੰਦਾ ਹੈ ਕਿ ਮੈਂ ਤੇਰਾ ਪਰਮੇਸ਼ਰ ਯਹੋਵਾ ਹਾਂ, ਜੋ ਤੈਨੂੰ ਗੁਲਾਮੀ ਦੇ ਘਰ ਅਰਥਾਤ ਮਿਸਰ ਦੇਸ਼ ਵਿੱਚੋਂ ਕੱਢਿਆ ਹੈ। ਤੂੰ ਦੂਸਰੇ ਨੂੰ ਈਸ਼ਵਰ ਕਰਕੇ ਨਾ ਮੰਨਣਾ, ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਦੀ ਪ੍ਰਿਤਮਾ ਬਣਾਉਣਾ, ਆਕਾਸ਼ ਵਿੱਚ ਜਾਂ ਧਰਤੀ ਉੱਤੇ, ਨਾ ਧਰਤੀ ਦੇ ਜਲ ਵਿੱਚੋਂ। ਤੂੰ ਉਹਨਾਂ ਨੂੰ ਦੰਡਵਤ ਨਾ ਕਰਨਾ, ਨਾ ਉਹਨਾਂ ਦੀ ਭਗਤੀ ਕਰਨਾ, ਕਿਉਂਕਿ ਮੈਂ ਤੇਰਾ ਪਰਮੇਸ਼ਰ ਯਹੋਵਾ ਜਲ ਉੱਠਣ ਵਾਲਾ ਪਰਮੇਸ਼ਰ ਹੈ। ਇੱਥੇ ਜਦੋਂ ਮੈਂ ਜਲ ਉੱਠਣ ਵਾਲੇ ਪਰਮੇਸ਼ਰ ਦੀ ਗੱਲ ਕਰਦਾ ਹਾਂ, ਇਹਦਾ ਮਤਲਬ ਮੇਰੇ ਨਾਲ ਪਰਮੇਸ਼ਰ ਗਹਿਰੇ ਤੋਂ ਗਹਿਰਾ ਪ੍ਰੇਮ ਕਰਦਾ ਹੈ। ਉਹਦੇ ਨਾਲ ਸਾਨੂੰ ਜਦੋਂ ਅਸੀਂ ਉਹਨੂੰ ਛੱਡ ਕੇ ਜਾਂਦੇ ਹਾਂ ਤਾਂ ਉਸ ਨੂੰ ਮੇਰੇ ਪ੍ਰਤੀ ਕ੍ਰੋਧ ਪਨਪਦਾ, ਇਹੋ ਜਿਹਾ ਕ੍ਰੋਧ ਪਨਪਦਾ ਹੈ ਜਿਹੜਾ ਕਿ ਮੈਨੂੰ ਵਿਨਾਸ਼ ਕਰਾਉਂਦਾ ਹੈ। ਇਸ ਲਈ ਉਹ ਪਰਮੇਸ਼ਰ ਜਿਹਨੇ ਧਰਤੀ ਅਤੇ ਆਕਾਸ਼ ਬਣਾਇਆ, ਜਿਹਨੇ ਸਾਰੀਆਂ ਚੀਜ਼ਾਂ ਮੇਰੇ ਲਈ ਉਪਲਬਧ ਕੀਤੀਆਂ, ਜੇ ਮੈਂ ਉਸ ਪਰਮੇਸ਼ਰ ਨੂੰ ਜਿਹਨੇ ਸਭ ਕੁਝ ਮੇਰੇ ਲਈ ਕੀਤਾ ਉਹਨੂੰ ਛੱਡ ਕੇ ਆਪਣੀ ਬਣਾਈ ਹੋਈ ਮੂਰਤ ਨੂੰ, ਆਪਣੀ ਬਣਾਈ ਹੋਈ ਉਕਰੀ ਹੋਈ ਉਸ ਪ੍ਰਿਤਮਾ ਦੀ ਭਗਤੀ ਕਰਦਾ ਹਾਂ, ਤਾਂ ਉਹ ਜਲ ਉੱਠਣ ਵਾਲਾ ਪਰਮੇਸ਼ਰ ਹੈ, ਭਸਮ ਕਰਨ ਵਾਲਾ ਪਰਮੇਸ਼ਰ ਹੈ। ਇਬਰਾਨੀਆਂ ਦੀ ਪੁਸਤਕ 12 ਦੇ 29 ਦੇ ਵਿੱਚ ਲਿਖਿਆ, ਉਹ ਭਸਮ ਕਰਨ ਵਾਲਾ ਪਰਮੇਸ਼ਰ ਹੈ। ਪਿਆਰੋ, ਇਸ ਕਰਕੇ ਬਾਣੀ ਦੇ ਵਿੱਚ ਲਿਖਿਆ, ਪਰਮੇਸ਼ਰ ਦੇ ਹੱਥ ਵਿੱਚ ਪੈਣਾ ਆਪਣੇ ਆਪ ਨੂੰ ਨਾਸ਼ ਕਰਨਾ ਹੈ। ਪਰਮੇਸ਼ਰ ਦੇ ਦਿਲ ਵਿੱਚ ਰਹਿਣਾ, ਉਹਦੀ ਭਗਤੀ ਦੇ ਨਾਲ ਉਹਦੇ ਕੋਲ ਫਲ ਪ੍ਰਾਪਤ ਕਰਨਾ। ਹੁਣ ਸਵਾਲ ਇਹ ਹੈ ਕਿ ਮੈਂ ਪਰਮੇਸ਼ਰ ਦੇ ਦਿਲ ਵਿੱਚ ਹਾਂ ਜਾਂ ਨਹੀਂ। ਦਿਲ ਵਿੱਚ ਹਾਂ ਤਾਂ ਇਸ ਦਾ ਮਤਲਬ ਮੈਂ ਸੰਪੂਰਨ ਮਨ, ਉਹ ਵੀ ਮੈਂ ਆਪ ਦੇ ਲਈ ਵਚਨ ਪੜ੍ਹਦਾ ਹਾਂ, ਵਿਵਸਥਾ ਸਾਰ ਦੀ ਪੁਸਤਕ ਉਹਦਾ 6 ਅਧਿਆਏ ਉਸ ਦੀ ਮੈਂ 4 ਅਤੇ 5 ਆਇਤ ਆਪ ਲਈ ਪੜ੍ਹ ਰਿਹਾ। ਕਹਿੰਦਾ, ਹੇ ਇਸਰਾਏਲ ਸੁਣ, ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਪਰਮੇਸ਼ਰ ਹੈ। ਤੂੰ ਆਪਣੇ ਪਰਮੇਸ਼ਰ ਯਹੋਵਾ ਨਾਲ ਆਪਣੇ ਸਾਰੇ ਮਨ ਅਤੇ ਸਾਰੀ ਜੀਵ ਅਤੇ ਸਾਰੀ ਸ਼ਕਤੀ ਨਾਲ ਪ੍ਰੇਮ ਰੱਖਣਾ ਅਤੇ ਉਸ ਦੀ ਭਗਤੀ ਕਰਨਾ। ਇਹ ਬਹੁਤ ਵੱਡਾ ਭੇਤ ਹੈ। ਇਹਦਾ ਮਤਲਬ ਪਰਮੇਸ਼ਰ ਮਨੁੱਖੀ ਜੀਵਨ ਨੂੰ ਆਪਣੀ ਭਗਤੀ ਦੇ ਲਈ, ਆਪਣੀ ਉਪਾਸਨਾ ਦੇ ਲਈ, ਆਪਣੀ ਬੰਦਗੀ ਲਈ ਆਪਣੇ ਕੋਲ ਬੁਲਾਉਂਦਾ ਹੈ। ਜਾਨਵਰ ਨੂੰ ਨਹੀਂ, ਪਰਿੰਦਿਆਂ ਨੂੰ ਨਹੀਂ, ਮਨੁੱਖ ਨੂੰ, ਜਿਹਦੇ ਵਿੱਚ ਉਹਨੇ ਆਪਣਾ ਆਤਮਾ, ਆਪਣਾ ਸਾਹ ਪਾਇਆ ਹੈ, ਉਹਨੂੰ ਆਪਣੇ ਕੋਲ ਬੁਲਾਉਂਦਾ ਹੈ। ਕਿਉਂਕਿ ਉਹਨੇ ਸਾਡੇ ਵਿੱਚ ਸੱਤ ਦਾ ਆਤਮਾ, ਸੱਤ ਦਾ ਸਾਹ ਪਾਇਆ ਹੈ। ਇਸ ਲਈ ਕਿਹਾ ਹੈ ਕਿ ਸੰਪੂਰਨ ਮਨ ਨਾਲ ਉਸ ਦੀ ਉਪਾਸਨਾ ਕਰਨੀ। ਅੱਧੇ ਮਨ ਨਾਲ ਨਹੀਂ, ਥੋੜੇ ਮਨ ਨਾਲ ਨਹੀਂ। ਕਈ ਲੋਕ ਜਾਂਦੇ ਆ, ਬੰਦਗੀ ਦੇ ਵਿੱਚ ਜਾਂਦੇ ਆ, ਭਗਤੀ ਦੇ ਲਈ ਜਾਂਦੇ ਆ, ਉਹਨਾਂ ਦਾ ਧਿਆਨ ਘਰ ਦੇ ਕੰਮਾਂ ਦੇ ਵਿੱਚ ਹੁੰਦਾ ਹੈ, ਰਿਸ਼ਤੇਦਾਰਾਂ ਦੇ ਵਿੱਚ ਹੁੰਦਾ ਹੈ, ਬੱਚਿਆਂ ਦੇ ਵਿੱਚ ਹੁੰਦਾ ਹੈ, ਜਾਂ ਆਪਣੇ ਵਪਾਰ ਦੇ ਵਿੱਚ ਹੁੰਦਾ ਹੈ, ਜਾਂ ਅੱਜ ਕੱਲ੍ਹ ਸਭ ਤੋਂ ਇੰਪੋਰਟੈਂਟ ਚੀਜ਼
ਇਹ ਮੋਬਾਈਲ ਦੇ ਵਿੱਚ ਹੁੰਦਾ ਹੈ। ਚਰਚ ਦੇ ਵਿੱਚ ਜਾ ਕੇ ਵੀ ਉਹ ਐਂ ਕਰਦੇ ਰਹਿੰਦੇ ਆ। ਇਹਦਾ ਮਤਲਬ ਸੰਪੂਰਨ ਮਨ ਨਾਲ ਪਰਮੇਸ਼ਰ ਦੀ ਭਗਤੀ। ਬਾਣੀ ਦੇ ਵਿੱਚ ਲਿਖਿਆ ਜਿਹੜਾ ਸੰਪੂਰਨ ਮਨ ਨਾਲ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਸ ਨੂੰ ਪਰਮੇਸ਼ਰ ਸੰਪੂਰਨ ਆਸ਼ੀਸ਼ ਦਿੰਦਾ ਹੈ। ਉਹਦੇ ਘਰਾਣੇ ਦੇ ਵਿੱਚ ਪਰਮੇਸ਼ਰ ਉਹਦੇ ਜੀਵਨ ਦੇ ਵਿੱਚ ਇੱਕ ਵੀ ਥੋੜ ਨਹੀਂ ਛੱਡਦਾ। ਇੱਕ ਵੀ ਥੋੜ ਨਹੀਂ ਛੱਡਦਾ ਮਤਲਬ ਜਿਵੇਂ ਰਾਜਾ ਦਾਊਦ ਜ਼ਬੂਰ 23 ਦੇ ਵਿੱਚ ਕਹਿੰਦਾ ਯਹੋਵਾ ਮੇਰਾ ਅਯਾਲੀ ਹੈ, ਮੈਨੂੰ ਥੋੜ ਨਾ। ਇਹਦਾ ਮਤਲਬ ਦਾਊਦ ਜਦੋਂ ਉਹਦੀ ਭਗਤੀ ਕਰਦਾ ਸੀ ਤਾਂ ਪਰਮੇਸ਼ਰ ਉਹਨੂੰ ਕੋਈ ਵੀ ਥੋੜ ਨਹੀਂ ਛੱਡਦਾ ਸੀ। ਜ਼ਬੂਰ 23 ਉਹਦੀ ਉਪਾਸਨਾ ਦਾ ਸੰਪੂਰਨ ਉੱਤਰ ਹੈ। ਉਹ ਤੁਹਾਡਾ ਵੀ ਹੋ ਸਕਦਾ ਹੈ, ਉਹ ਆਪ ਦੇ ਜੀਵਨ ਦਾ ਵੀ ਹੋ ਸਕਦਾ ਹੈ। ਜੇ ਅਸੀਂ ਸੰਪੂਰਨ ਮਨ ਨਾਲ ਉਹਦੀ ਭਗਤੀ ਕਰਦੇ ਹਾਂ ਜੋ ਦਾਊਦ ਜ਼ਬੂਰ 23 ਦੇ ਵਿੱਚ ਕਹਿ ਰਿਹਾ ਹੈ ਉਹ ਤੁਸੀਂ ਵੀ ਆਪਣੇ ਜੀਵਨ ਦੇ ਨਾਲ ਕਹਿ ਸਕਦੇ ਹੋ। ਉਹ ਤੁਹਾਡੇ ਜੀਵਨ ਦੇ ਵਿੱਚ ਵੀ ਪੂਰਾ ਹੋ ਸਕਦਾ ਹੈ। ਬਾਣੀ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਆਪਣੇ ਭੈ ਮੰਨਣ ਵਾਲਿਆਂ ਦੇ ਨਿਮਿਤ ਕਿਸੇ ਵੀ ਉੱਤਮ ਵਸਤ ਨੂੰ ਨਹੀਂ ਰੱਖ ਛੱਡਦਾ, ਉਹ ਸਭ ਦਿੰਦਾ ਹੈ। ਪਰ ਗੱਲ ਤਾਂ ਇਹ ਹੈ ਕਿ ਅਸੀਂ ਸੰਪੂਰਨ ਮਨ ਨਾਲ ਉਹਦੀ ਭਗਤੀ ਤਾਂ ਕਰੀਏ, ਸੰਪੂਰਨ ਮਨ ਨਾਲ ਉਹਦੇ ਕੋਲ ਤਾਂ ਜਾਈਏ। ਅਕਸਰ ਕਈ ਚਰਚਾਂ ਦੇ ਵਿੱਚ ਲਿਖਿਆ ਹੁੰਦਾ ਹੈ ਮੋਬਾਈਲ ਬੰਦ ਕਰਕੇ ਆਉਣਾ ਜੀ, ਪਰ ਕਈ ਫਿਰ ਵੀ ਉਹ ਜਾਣਦੇ ਹੋਏ ਵੀ ਉਹ ਚੀਜ਼ ਲਿਖੀ ਹੈ ਫਿਰ ਵੀ ਐਂ ਕਰਕੇ ਬਾਹਰ ਨੂੰ ਐਂ ਕਰਕੇ ਨਿਕਲ ਜਾਂਦੇ ਆ। ਬੜੀ ਤਾਂ ਮੀਨਿੰਗ ਅਰਥ ਕੀ ਹੈ ਇਸ ਦਾ? ਉਸ ਪਰਮੇਸ਼ਰ ਦੇ ਕੋਲ ਨਹੀਂ ਆਏ ਜਿਸ ਨੇ ਉਹਨਾਂ ਨੂੰ ਚੁਣਿਆ ਤੇ ਆਪਣੇ ਕੋਲ ਬੁਲਾਇਆ ਕਿ ਉਹ ਉਸ ਸਮਾਂ ਉਹਨਾਂ ਟਾਈਮ ਸੰਪੂਰਨ ਮਨ ਦੇ ਨਾਲ ਪਰਮੇਸ਼ਰ ਨੂੰ ਦੇ ਸਕਦੇ। ਕਈ ਬੰਦੇ ਇਸ ਤਰ੍ਹਾਂ ਬੈਠੇ ਹੁੰਦੇ ਆ ਇਸ ਚੀਜ਼ ਨੂੰ ਐਂ ਕਰਕੇ ਦੇਖਦੇ ਰਹਿੰਦੇ ਆ, ਐਂ ਕਰਕੇ ਐਂ ਕਰਕੇ। ਇਹਦਾ ਮੀਨਿੰਗ ਕੀ ਹੈ? ਸੰਪੂਰਨ ਮਨ ਇਸ ਪਰਮੇਸ਼ਰ ਦੇ ਵਚਨ ਦੀ ਭਗਤੀ ਦੇ ਨਾਲ ਨਹੀਂ ਹੈ ਤੇ ਇਸੇ ਕਰਕੇ ਉਹਨਾਂ ਦੇ ਜੀਵਨਾਂ ਦੇ ਵਿੱਚ ਨਿਰਾਸ਼ਾ, ਬੇਰੁਖੀ ਔਰ ਉਹਨਾਂ ਦੇ ਜੀਵਨ ਦੇ ਵਿੱਚ ਕਸ਼ਟ ਅਤੇ ਕਲੇਸ਼ ਰਹਿੰਦੇ ਹੀ ਆ। ਪਰਮੇਸ਼ਰ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਮੈਂ ਦੇਵਾਂ ਕੋਈ ਵੀ ਪੇ। ਬਾਣੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿਹੜਾ ਪੇ ਹੈ ਜਿਹਦਾ ਪੁੱਤਰ ਉਹਦੇ ਕੋਲੋਂ ਮੱਛੀ ਮੰਗੇ ਤੇ ਉਹਨੂੰ ਉਸ ਪੱਥਰ ਦੇਵੇ? ਕਿਹੜਾ ਹੈ? ਕੋਈ ਵੀ ਪਿਤਾ ਆਪਣੇ ਪੁੱਤਰ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਹੈ। ਪਰ ਕਸ਼ਟ ਦੇ ਵਿੱਚ ਅਸੀਂ ਕਦੋਂ ਆਉਂਦੇ, ਦੁੱਖ ਦੇ ਵਿੱਚ ਕਦੋਂ ਆਉਂਦੇ? ਜਦੋਂ ਅਸੀਂ ਪਰਮੇਸ਼ਰ ਦੀ ਭਗਤੀ ਦੇ ਟਾਈਮ ਦੇ ਵਿੱਚ ਅਸੀਂ ਆ ਭਗਤੀ ਵਾਲਾ ਕੰਮ ਕਰਨਾ ਸ਼ੁਰੂ ਕਰ ਦਿੰਦੇ। ਕਈ ਲੋਕਾਂ ਨੂੰ ਸਮਾਂ ਹੀ ਮਿਲਦਾ ਹੈ ਉਹਦੇ ਦਿਨ ਦੇ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ, ਪਿਕਨਿਕ ਸਪੋਟ ਦਾ, ਬਿਜ਼ਨਸ ਦਾ, ਲੈਣ ਦੇਣ ਦਾ, ਇਹ ਸਾਰਾ ਸਮਾਂ ਉਹਦੇ ਵਿੱਚ ਮਿਲਦਾ ਹੈ। ਕਿਸੇ ਵਿਅਕਤੀ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਬ੍ਰਦਰ ਅਸੀਂ ਕੀ ਕਰੀਏ ਜਿਹਦੇ ਨਾਲ ਸਾਡੇ ਕੰਮ ਦੇ ਵਿੱਚ ਵਾਧਾ ਹੋਵੇ। ਮੈਂ ਉਹਨਾਂ ਨੂੰ ਕੋਈ ਗੱਲ ਕਹੀ ਪਰਮੇਸ਼ਰ ਦੇ ਵਚਨ ਦੇ ਨਾਲ ਉਹਦੀ ਭਗਤੀ, ਸੱਚੀ ਭਗਤੀ ਕਰੋ। ਉਹਨਾਂ ਨੇ ਕਿਹਾ ਬ੍ਰਦਰ ਨਹੀਂ ਮੈਂ ਤਾਂ ਆਹ ਬਿਜ਼ਨਸ ਸ਼ੁਰੂ ਕੀਤਾ ਹੈ ਤੇ ਇਹਦੇ ਵਿੱਚ ਮੈਨੂੰ ਇੰਨਾ ਫਾਇਦਾ ਹੈ। ਮੈਂ ਕਿਹਾ ਬ੍ਰਦਰ ਫਿਰ ਇੱਕ ਕੰਮ ਕਰਨਾ, ਰਾਤ ਨੂੰ ਪੂਰੇ 1 ਮਹੀਨੇ ਦਾ ਆਪਣੇ ਪਰਿਵਾਰ ਦੇ ਵਿੱਚ ਲੇਖਾ ਜੋਖਾ ਕਰਨਾ। ਲੇਖਾ ਜੋਖਾ ਮਤਲਬ ਜਿੱਦਣ ਤੁਸੀਂ ਪ੍ਰਭੂ ਦੀ ਭਗਤੀ ਨੂੰ ਛੱਡਿਆ, ਜਿੱਦਣ ਤੁਸੀਂ ਪ੍ਰਭੂ ਦੇ ਭਗਤੀ ਦੇ ਦਿਨ ਦੇ ਵਿੱਚ ਕਾਰਜ ਕੀਤਾ, ਉਸ ਦਿਨ ਦੇ ਉਹਨਾਂ ਘੰਟਿਆਂ ਨੂੰ ਛੱਡ ਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਦੁੱਖਾਂ ਨੂੰ, ਜਿੱਥੇ ਤੁਸੀਂ ਨੁਕਸਾਨ ਉਠਾਇਆ ਉਹਨਾਂ ਨੂੰ, ਜਿੱਥੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਖਬਰ ਆਈ, ਉਹ ਸਾਰਾ ਇੱਕ ਕਾਪੀ ਤੇ ਲਿਖਣਾ। ਫਿਰ ਮੇਰੇ ਨਾਲ ਗੱਲ ਕਰਨੀ ਕਿ ਤੁਹਾਨੂੰ ਪਰਮੇਸ਼ਰ ਨੇ ਬਰਕਤ ਦਿੱਤੀ ਹੈ ਜਾਂ ਨਿਰਾਸ਼ਾ।
ਉਹ ਮੇਰੇ ਕੋਲ ਇੱਕ ਹਫ਼ਤੇ ਬਾਅਦ ਆਇਆ ਤੇ ਉਹਨੇ ਮੈਨੂੰ ਆਖਿਆ, ਕਹਿੰਦਾ ਬ੍ਰਦਰ ਇਹਦੇ ਵਿੱਚ ਤਾਂ ਮੈਂ ਦੁੱਗਣਾ ਲੋਸ ਕੀਤਾ, ਲੋਸ ਪ੍ਰਾਪਤ ਕੀਤਾ। ਮੈਂ ਤਾਂ ਕਿਹਾ ਮੈਨੂੰ ਫਾਇਦਾ। ਮੈਂ ਕਿਹਾ ਦੇਖੋ, ਜਦੋਂ ਤੁਸੀਂ ਆਪਣੇ ਪਿਤਾ ਨੂੰ ਛੱਡ ਕੇ, ਆਪਣੇ ਪਿਤਾ ਦੀ ਸੱਚੀ ਭਗਤੀ ਨੂੰ ਛੱਡ ਕੇ ਦੂਸਰੇ ਨੂੰ ਸਮਾਂ ਦਿੰਦੇ ਹੋ ਤਾਂ ਪਰਮੇਸ਼ਰ ਬਰਦਾਸ਼ਤ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉਹਨੇ ਤੁਹਾਡੇ ਲਈ, ਤੁਹਾਡੇ ਜੀਵਨ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਕਾਲਵਰੀ ਕਰੂਸ ਤੇ ਦਿੱਤਾ ਹੈ। ਉਹਨੇ ਆਪਣੇ ਪੁੱਤਰ ਦੇ ਲਹੂ ਦੇ ਨਾਲ ਤੁਹਾਡੇ ਜੀਵਨ ਦੇ ਪ੍ਰਤੀ ਕੀਮਤ ਚੁਕਾਈ ਹੈ। ਤਾਂ ਉਹਨੂੰ ਜਲਨ ਨਹੀਂ ਹੋਵੇਗੀ ਤੁਹਾਡੇ ਜੀਵਨ 'ਚ ਜਦੋਂ ਤੁਸੀਂ ਉਹਦੀ ਭਗਤੀ ਨੂੰ ਛੱਡ ਕੇ ਦੂਸਰੇ ਪਾਸੇ ਜਾਓਗੇ, ਦੂਸਰਾ ਕੰਮ ਕਰੋਗੇ। ਪਰਮੇਸ਼ਰ ਵੀ ਸਾਡੇ ਵਰਗਾ ਹੈ। ਸਾਡੇ ਵਰਗੇ ਦਾ ਮਤਲਬ ਮੇਰੇ ਵਰਗਾ ਦਿਖਦਾ ਨਹੀਂ ਹੈ। ਮਤਲਬ ਕਿ ਮੈਂ ਰੋਂਦਾ ਹਾਂ ਤਾਂ ਉਹ ਵੀ ਰੋਂਦਾ ਹੈ, ਮੈਂ ਦੇਖਦਾ ਹਾਂ ਤਾਂ ਉਹ ਵੀ ਦੇਖਦਾ ਹੈ, ਮੈਂ ਬੋਲਦਾ ਹਾਂ ਤਾਂ ਉਹ ਵੀ ਬੋਲਦਾ ਹੈ, ਮੈਂ ਸੁਣਦਾ ਹਾਂ ਤਾਂ ਉਹ ਵੀ ਸੁਣਦਾ ਹੈ। ਇਹ ਗੱਲਾਂ ਇਕੁਅਲਿਟੀ ਵਿੱਚ ਆਉਂਦੀਆਂ ਨੇ। ਤੇ ਜਦੋਂ ਅਸੀਂ ਪਰਮੇਸ਼ਰ ਨੂੰ ਦੁੱਖ ਦਿੰਦੇ ਆ ਤਾਂ ਬਾਣੀ ਦੇ ਵਿੱਚ ਯਰਮਾਇਆ ਦੀ ਪੁਸਤਕ 'ਚ ਲਿਖਿਆ ਹੈ, ਮੈਂ ਉਹ ਵਚਨ ਵੀ ਆਪ ਦੇ ਲਈ ਪੜ੍ਹ ਕੇ ਸਮਾਪਤੀ ਦੇ ਵੱਲ ਜਾਵਾਂਗਾ। ਯਰਮਾਇਆ ਦੀ ਪੁਸਤਕ 13 ਅਧਿਆਏ ਉਹਦੀ 17 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਯਰਮਾਇਆ ਦੀ ਪੁਸਤਕ ਉਸ ਦੀ 13 ਦੀ 17 ਦੇ ਵਿੱਚ ਬਹੁਤ ਸੁੰਦਰ ਲੱਗਦਾ ਵਚਨ। ਕਹਿੰਦਾ, ਜੇ ਤੁਸੀਂ ਉਸ ਦੀ ਨਾ ਸੁਣੋ, ਕਿਸ ਦੀ? ਪਰਮੇਸ਼ਰ ਦੀ, ਜਿਹਨੇ ਤੁਹਾਨੂੰ ਸੰਪੂਰਨ ਭਗਤੀ ਲਈ ਆਪਣੇ ਕੋਲ ਸੱਦਿਆ ਹੈ, ਸੰਪੂਰਨ ਭਗਤੀ ਦੇ ਲਈ ਆਪਣੇ ਕੋਲ ਬੁਲਾਇਆ ਹੈ, ਸੰਪੂਰਨ ਭਗਤੀ ਦੇ ਲਈ ਇਸ ਸੰਸਾਰ ਤੋਂ ਵੱਖਰਾ ਕੱਢ ਕੇ ਆਪਣੇ ਕੋਲ ਲਿਆਂਦਾ ਹੈ। ਕਹਿੰਦਾ, ਜੇ ਤੁਸੀਂ ਉਹਦੀ ਨਾ ਸੁਣੋ ਤਾਂ ਮੈਂ ਇਕੱਲੇ ਤੁਹਾਡੇ ਗਰਭ ਦੇ ਕਾਰਨ ਰੋਵਾਂਗਾ, ਫੁੱਟ ਫੁੱਟ ਕੇ ਮੇਰੀਆਂ ਅੱਖਾਂ ਦੇ ਵਿੱਚੋਂ ਅਥਰੂ ਦੀਆਂ ਨਦੀਆਂ ਵਗਣਗੀਆਂ, ਕਿਉਂਕਿ ਯਹੋਵਾ ਦਾ ਇੱਜੜ ਫੜਵਾਇਆ ਗਿਆ। ਕਾਹਦੇ 'ਚ? ਸੰਸਾਰ ਦੇ ਵਿੱਚ। ਸੰਸਾਰ ਤਾਂ ਚਾਹੁੰਦਾ ਹੀ ਹੈ ਕਿ ਇਹ ਲੋਕ ਪਰਮੇਸ਼ਰ ਦੀ ਭਗਤੀ ਤੋਂ ਦੂਰ ਜਾਣ, ਤੇ ਅਸੀਂ ਜਾਣਦੇ ਹਾਂ। ਮੇਰਾ ਦੋਸਤ ਸੀ ਨੰਗਲ ਦੇ ਵਿੱਚ, ਉਹਨਾਂ ਨੇ ਇੱਕ ਵਾਰ ਕਿਹਾ ਕਿ ਬ੍ਰਦਰ ਸਾਡੇ ਲਈ ਤਾਂ ਐਤਵਾਰ ਨੂੰ ਹੀ ਕੰਮ ਨਿਕਲਦਾ ਸੀ, ਕੀ ਕਰੀਏ? ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 2 ਘੰਟੇ ਪ੍ਰਭੂ ਦੇ ਲਈ ਦੇ ਕੇ ਦੇਖੋ, ਪ੍ਰਭੂ ਤੁਹਾਨੂੰ ਉਸ ਦੀ ਪੂਰਤੀ ਕਰਕੇ ਦੇਵੇਗਾ। ਉਹਨਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ। 1-2 ਵਾਰ ਉਹਨਾਂ ਨੂੰ ਮਿਸਿੰਗ ਹੋਈ, ਪਰ ਜਦੋਂ ਲਗਾਤਾਰ ਕਰਦੇ ਰਹੇ ਇਸ ਤਰ੍ਹਾਂ ਤਾਂ ਪਰਮੇਸ਼ਵਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਥੋੜ ਨਹੀਂ ਛੱਡੀ, ਅੱਜ ਤੱਕ ਥੋੜ ਨਹੀਂ ਛੱਡੀ। ਪਰ ਮੈਂ ਆਪ ਨੂੰ ਇਹ ਸਿਖਾਉਣਾ ਚਾਹੁੰਦਾ ਹਾਂ, ਆਪ ਨੂੰ ਦੱਸਣਾ ਚਾਹੁੰਦਾ ਹਾਂ, ਸੰਪੂਰਨ ਮਨ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਨੀ ਹੈ। ਸੰਪੂਰਨ ਮਨ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਨੀ ਹੈ ਤਾਂ ਬਾਣੀ ਦੇ ਵਿੱਚ ਸੰਪੂਰਨ ਮਨ ਦੀ ਭਗਤੀ ਜਿਹੜੀ ਹੈ, ਵਿਵਸਥਾ ਸਾਰ ਦੀ ਪੁਸਤਕ ਜਿਸ ਦਾ ਮੈਂ ਆਪ ਦੇ ਅੱਗੇ ਪੜ੍ਹਿਆ ਹੈ, ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਸੰਪੂਰਨ ਮਨ ਦੇ ਨਾਲ ਭਗਤੀ ਕੀ ਹੈ। ਲਿਖਿਆ ਹੈ ਸੰਪੂਰਨ ਮਨ ਦੇ ਨਾਲ ਭਗਤੀ ਆਪਣੇ ਸਾਰੇ ਮਨ ਦੇ ਨਾਲ। ਇਹਦਾ ਮਤਲਬ ਆਪਣਾ ਸਾਰਾ ਮਨ, ਕੰਸੈਂਟਰੇਸ਼ਨ ਪਰਮੇਸ਼ਰ ਉੱਤੇ ਲਾਣਾ ਹੈ, ਕਿਤੇ ਆਲੇ ਦੁਆਲੇ ਨਹੀਂ ਲਾਣਾ। ਸੈਕੰਡ, ਆਪਣੀ ਸਾਰੀ ਜੀਵ, ਆਪਣੀ ਸਾਰੀ ਜਾਨ ਨਾਲ। ਕਈ ਲੋਕ ਭਗਤੀ ਕਰਦੇ ਆ ਨਾ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਅਸੀਂ ਸਮਝ ਅਤੇ ਬੁੱਧੀ ਨਾਲ ਉਹ ਪੂਰੀ ਜ਼ੋਰ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਆ। ਕਈ ਆਵਾਜ਼ ਹੀ ਨਹੀਂ ਕੱਢਦੇ, ਉਹਨਾਂ ਦੀ ਆਵਾਜ਼ ਹੀ ਅੰਦਰ ਰਹਿੰਦੀ ਹੈ, ਉਹਨਾਂ ਦੇ ਗੀਤ ਹੀ ਨਹੀਂ ਪਤਾ ਲੱਗਦੇ। ਉਹਨਾਂ ਨੂੰ ਜੇ ਆਪਣਾ ਕਹੀਏ ਧੰਨਵਾਦ ਲਈ ਤਾਂ ਧੰਨਵਾਦ ਲਈ ਇੱਥੋਂ ਉੱਥੇ ਤੱਕ ਆਵਾਜ਼ ਨਹੀਂ ਸੁਣਦੀ ਹੈ। ਉੱਦਾਂ ਗੱਲ ਕਰਨੀ ਹੋਵੇ ਜਾਂ ਕੋਈ ਬੁਰਾਈ ਕਰਨੀ ਹੋਵੇ ਤਾਂ ਆਵਾਜ਼ ਖੁੱਲ੍ਹ ਕੇ ਆਉਂਦੀ ਹੈ। ਇੱਥੇ ਲਿਖਿਆ ਪੂਰੀ ਜਾਨ ਨਾਲ। ਫਿਰ ਦੂਸਰਾ ਕੀ ਲਿਖਿਆ ਹੈ, ਤੀਸਰਾ ਕੀ ਲਿਖਿਆ, ਸਾਰੀ ਸ਼ਕਤੀ ਨਾਲ। ਪੂਰਾ ਸਰੀਰ ਜਿਹੜਾ ਹੈ ਪਰਮੇਸ਼ਰ ਨੂੰ ਦੇ ਦੇਣਾ ਹੈ, ਸ਼ਕਤੀ ਆਪਣੀ ਤਾਕਤ ਦੇ ਨਾਲ, ਜੋਸ਼ ਦੇ ਨਾਲ। ਜਦੋਂ ਅਸੀਂ ਆਪਣਾ ਪਰਮੇਸ਼ਰ ਦੇ ਘਰ ਨੂੰ ਆਉਣਾ ਹੁੰਦਾ ਹੈ ਤਾਂ ਕਦੇ ਕੁਝ ਕਰਦੇ, ਪੂਰੇ ਜੋਸ਼ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ 5 ਜਾਂ 10 ਮਿੰਟ ਪਹਿਲਾਂ ਪਹੁੰਚੋ।
ਬੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚੋ। ਚਾਹੇ ਐਤਵਾਰ ਦੀ ਹੈ, ਚਾਹੇ ਆਪਣਾ ਬਾਈਬਲ ਸਟੱਡੀ ਦੀ ਹੈ, ਚਾਹੇ ਭੈਣਾਂ ਦੀ ਮੀਟਿੰਗ ਹੈ, ਚਾਹੇ ਜਵਾਨਾਂ ਦੀ ਮੀਟਿੰਗ ਹੈ, ਕਿਸੇ ਵੀ ਤਰ੍ਹਾਂ ਦੀ ਮੀਟਿੰਗ ਹੈ, ਚਾਹੇ ਕਾਟੇਜ ਮੀਟਿੰਗ ਹੈ, ਉਹਦੇ ਵਿੱਚ 5 ਮਿੰਟ ਪਹਿਲਾਂ ਪਹੁੰਚਣਾ। ਇਹਦਾ ਮਤਲਬ ਪੂਰੀ ਜਾਨ ਦੇ ਨਾਲ, ਤਾਕਤ ਦੇ ਨਾਲ, ਔਰ ਤਾਕਤ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਹੈ। ਜਦ ਤੱਕ ਅਸੀਂ ਇਹ ਨਹੀਂ ਕਰਾਂਗੇ ਤਾਂ ਮੇਰੀ ਭਗਤੀ ਅਧੂਰੀ ਹੈ। ਫਿਰ ਕਹਿੰਦਾ ਆਖਿਰ ਚੌਥਾ ਪੁਆਇੰਟ, ਪ੍ਰੇਮ ਦੇ ਨਾਲ। ਪ੍ਰੇਮ ਦੇ ਨਾਲ। ਕਈਆਂ ਦੇ ਮੂੰਹ ਉਦਾਸ ਹੁੰਦੇ, ਆਏ ਆ ਰੱਬ ਦੇ ਕੋਲ, ਉਹ ਰੱਬ ਜਿਹੜਾ ਮੇਰਾ ਇੰਤਜ਼ਾਰ ਕਰ ਰਿਹਾ ਕਿ ਮੇਰਾ ਬੇਟਾ ਮੇਰੀ ਬੇਟੀ ਮੇਰੇ ਕੋਲ ਮੇਰੀ ਆਰਾਧਨਾ ਦੇ ਲਈ, ਮੇਰੀ ਭਗਤੀ ਦੇ ਲਈ ਆ ਰਹੇ ਆ। ਉਹ ਇੰਤਜ਼ਾਰ ਕਰ ਰਿਹਾ ਬਾਹਾਂ ਖੋਲ ਕੇ, ਤੇ ਅਸੀਂ ਮਾਯੂਸ ਹੋ ਕੇ। ਬਾਣੀ ਦੇ ਵਿੱਚ ਲਿਖਿਆ ਹੈ, ਆਨੰਦ ਦੇ ਨਾਲ, ਖੁਸ਼ੀ ਦੇ ਨਾਲ ਗਾ ਕੇ ਜੈ ਜੈਕਾਰ ਕਰੋ, ਉਸ ਦੀ ਵਡਿਆਈ ਕਰੋ, ਉਸ ਦੀ ਉਸਤਤ ਕਰੋ, ਤਾਂ ਕਿ ਸੰਪੂਰਨ ਮਨ ਮੇਰੇ ਪਰਮੇਸ਼ਵਰ ਨੂੰ ਮਨ ਪਾਵੇ। ਉਹ ਭੇਂਟ, ਉਹਨੂੰ ਸੁਗੰਧ ਦੀ ਮਾਨਤ ਉਹਦੇ ਨਥਨਾ ਵਿੱਚ ਪਹੁੰਚੇ। ਜਦੋਂ ਅਸੀਂ 8 ਅਧਿਆਏ ਪੜ੍ਹਦੇ ਹਾਂ ਉਤਪਤੀ ਪੁਸਤਕ, ਨੂਹਾ ਜਦੋਂ ਪਰਮੇਸ਼ਵਰ ਨੂੰ ਭੇਂਟ ਚੜਾਉਂਦਾ ਆ, ਉਹਦੀ ਭਗਤੀ ਕਰਦਾ ਹੈ, ਬੰਦਗੀ ਕਰਦਾ ਆ, ਤਾਂ ਉਹ ਜੋ ਭੇਂਟ ਪਵਿੱਤਰਤਾ ਦੇ ਨਾਲ ਉਹਨੂੰ ਚੜਾਉਂਦਾ ਹੈ, ਤਾਂ ਲਿਖਿਆ ਉਸ ਭੇਂਟ ਦੀ ਖੁਸ਼ਬੂ ਪਰਮੇਸ਼ਵਰ ਦੇ ਨਥਨਾ ਵਿੱਚ ਪਹੁੰਚੀ। ਜਦੋਂ ਪਰਮੇਸ਼ਵਰ ਦੇ ਨਥਨਾ ਤੱਕ ਪਹੁੰਚੀ ਤਾਂ ਪਰਮੇਸ਼ਵਰ ਨੇ ਉਹਨੂੰ ਬਲੈਸ ਕੀਤਾ। ਲਿਖਿਆ ਬਹੁਤ ਅੱਛਾ ਲੱਗਦਾ ਹੈ, ਉਹ ਖੰਡ ਆਪ ਵੀ ਪੜ੍ਹ ਸਕਦੇ ਹੋ। 8 ਅਧਿਆਏ ਹੈ, ਜਦੋਂ ਅਸੀਂ ਉਤਪਤੀ ਪੁਸਤਕ ਉਸ ਦਾ 8 ਅਧਿਆਏ ਉਸ ਦੇ ਆਖਰੀ ਪਲਾਂ ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 20 ਆਇਤ ਤੇ ਲਿਖਿਆ, ਤਦ ਨੂਹ ਨੇ ਯਹੋਵਾ ਦੇ ਲਈ ਇੱਕ ਬੇਦੀ ਬਣਾਈ ਅਤੇ ਸਭ ਸ਼ੁੱਧ ਪਸ਼ੂਆਂ ਅਤੇ ਸਭ ਪੰਛੀਆਂ ਤੋਂ ਕੁਝ ਲੈ ਕੇ ਬੇਦੀ ਉੱਤੇ ਹੋਮ ਬਲੀ ਚੜਾਇਆ। ਇਸ ਕਾਰਨ ਯਹੋਵਾ ਨੇ ਸੁਖਦਾਇਕ ਸੁਗੰਧ ਪਾ ਕੇ ਸੋਚਿਆ ਕਿ ਮਨੁੱਖ ਦੇ ਕਾਰਨ ਮੈਂ ਕਦੇ ਫੇਰ ਧਰਤੀ ਉੱਤੇ ਛਾਪ ਨਾ ਦੇਵਾਂਗਾ। ਜਦਕਿ ਮਨੁੱਖ ਦੇ ਮਨ ਵਿੱਚ ਬਚਪਨ ਤੋਂ ਹੀ ਜੋ ਕੁਝ ਉਤਪਨ ਹੁੰਦਾ ਬੁਰਾ ਹੁੰਦਾ ਹੈ, ਤਾਂ ਵੀ ਮੈਂ ਸਭ ਜੀਵਾਂ ਦੇ ਨੂੰ ਹੁਣ ਮਾਰਿਆ ਹੈ, ਉਸ ਤਰ੍ਹਾਂ ਕਦੇ ਨਾ ਮਾਰਾਂਗੇ। ਇਹਦਾ ਮਤਲਬ ਬਲੈਸ ਕਰ ਦਿੱਤਾ ਪਰਮੇਸ਼ਰ, ਕਹਿੰਦਾ ਮੈਂ ਉਹਨਾਂ ਨੂੰ ਨਹੀਂ ਮਾਰਾਂਗਾ। ਪਰਮੇਸ਼ਰ ਦੀ ਆਸ਼ੀਸ਼, ਇਹਦਾ ਮਤਲਬ ਅਨੰਤ ਜੀਵਨ ਉਹਨਾਂ ਦੇ ਵਿੱਚ ਆ ਗਿਆ। ਪਿਆਰੋ, ਜੇ ਅਸੀਂ ਸੱਚੇ ਮਨ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਹਾਂ ਤਾਂ ਪਰਮੇਸ਼ਰ ਦੀ ਆਸ਼ੀਸ਼ ਮੇਰੇ ਅਤੇ ਆਪ ਦੇ ਜੀਵਨ ਤੇ ਆਉਂਦੀ ਹੈ, ਅਤੇ ਉਹ ਆਸ਼ੀਸ਼ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਸੁਗੰਧਦਾਇਕ ਬਰਕਤ ਬਣ ਕੇ ਮੁੜਦੀ ਹੈ। ਜੇ ਤੁਸੀਂ ਪਰਮੇਸ਼ਰ ਦੀ ਸੰਪੂਰਨ ਮਨ ਦੇ ਨਾਲ ਭਗਤੀ ਕਰੋਗੇ ਤਾਂ ਪਰਮੇਸ਼ਰ ਆਪ ਨੂੰ ਸੰਪੂਰਨ ਮਨ ਦੇ ਨਾਲ ਆਪਣੀ ਆਸ਼ੀਸ਼ ਦੇਣ ਨੂੰ ਤਿਆਰ ਖੜਾ ਹੈ। ਕੀ ਤੁਸੀਂ ਇਸ ਤਰ੍ਹਾਂ ਕਰਨ ਨੂੰ ਤਿਆਰ ਹੋ? ਜੇ ਇਸ ਤਰ੍ਹਾਂ ਕਰਨ ਨੂੰ ਤਿਆਰ ਹੋ ਤਾਂ ਪਰਮੇਸ਼ਰ ਵੀ ਆਪ ਨੂੰ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਦੇਣ ਨੂੰ ਤਿਆਰ ਹੈ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥ।